Hello everyone, welcome back to my channel, and today in this video I'm going to give you a lesson on the cue card, that is describe a skill that was difficult for you to learn। एक ऐसी स्किल दसनी है ਜਿਹੜੀ ਕਿ ਤੁਹਾਡੇ ਲਈ ਸਿੱਖਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ। ਸੋ ਉਹਦੇ ਥੋੜੀ ਜਿਹੀ cues ਹੈਗੇ ਆ, ਲਾਈਕ ਵੈਨ ਯੂ ਲਰਨਡ ਇਟ, ਤੁਸੀਂ ਉਹਨੂੰ ਕਦੋਂ ਸਿੱਖਿਆ, ਵਾਈ ਯੂ ਲਰਨਡ ਇਟ, ਤੁਸੀਂ ਉਹਨੂੰ ਕਿਉਂ ਸਿੱਖਿਆ, ਹਾਊ ਯੂ ਲਰਨਡ ਇਟ, ਕਿਵੇਂ ਸਿੱਖਿਆ, ਐਂਡ ਹਾਊ ਯੂ ਫੈਲਟ ਵੈਨ ਯੂ ਲਰਨਡ ਇਟ, ਤੇ ਤੁਹਾਨੂੰ ਕਿਵੇਂ ਲੱਗਿਆ ਜਦੋਂ ਤੁਸੀਂ ਇਸ ਸਕਿੱਲ ਨੂੰ ਸਿੱਖਿਆ। ਸੋ ਲੈਟਸ start this cue card. If a person is passionate about learning, कि जे एक बंदा passionate ਹੁੰਦਾ ਹੈ, ਲਾਈਕ ਬਹੁਤ ਜ਼ਿਆਦਾ curious ਹੁੰਦਾ ਹੈ ਕੋਈ ਚੀਜ਼ ਸਿੱਖਣ ਦੇ ਲਈ। if ਤੋਂ sentence start ਕੀਤਾ ਹੈ, then ਦੀ ਜਗ੍ਹਾ ਆਪਾਂ ਕੋਮਾ ਪੁੱਟ ਕੀਤਾ ਹੈ, but speaking ਦੇ ਵਿੱਚ ਤੁਸੀਂ then ਨੂੰ ਬੋਲਣਾ ਹੀ ਆ, but in writing you can make this line by putting in comma rather than then. So if a person is passionate about learning, there is no doubt, ਇਸ ਵਿੱਚ ਕੋਈ ਸ਼ੱਕ ਨਹੀਂਗਾ, that the road of gaining new abilities will never end, ਕਿ ਜਿਹੜੀਆਂ ਨਵੀਆਂ ਐਬਿਲਿਟੀਜ਼ ਜਾਂ ਨਵੀਆਂ ਸਕਿੱਲ ਸਿੱਖਣ ਦੀ ਜਿਹੜੀ ਰੋਡ ਹੈਗੀ ਹੈ, ਜਾਂ ਤੁਸੀਂ ਇਸ ਨੂੰ ਜਰਨੀ ਵੀ ਲਿਖ ਸਕਦੇ ਹੋ, ਕਹਿ ਸਕਦੇ ਹੋ, ਉਸਦਾ ਕੋਈ ਵੀ ਅੰਤ ਨਹੀਂ ਹੈਗਾ। ਹੇਅਰ ਆਈ ਵੁੱਡ ਲਾਈਕ ਟੂ ਟਾਕ ਅਬਾਊਟ ਅ ਸਕਿੱਲ, ਕਿ ਮੈਂ ਇੱਥੇ ਇੱਕ ਸਕਿੱਲ ਦੇ ਬਾਰੇ ਦੱਸਣ ਜਾ ਰਹੀ ਹਾਂ ਦੈਟ ਇਜ਼ ਕੁਆਇਟ ਹਾਰਡ ਫॉर ਮੀ ਟੂ ਲਰਨ। ਉਹ ਜਿਹੜੀ ਕਿ ਮੇਰੇ ਲਈ ਥੋੜੀ ਜਿਹੀ ਔਖੀ ਸੀ ਸਿੱਖਣੀ, ਇਜ਼ ਹਾਊ ਟੂ ਮੈਨੇਜ ਦ ਟਾਈਮ, ਕਿ ਉਹ ਸਕਿੱਲ ਕੀ ਆ ਕਿ ਟਾਈਮ ਨੂੰ ਕਿਵੇਂ ਮੈਨੇਜ ਕਰਨਾ ਹੈ, ਔਰ ਵੀ ਕੈਨ ਸੇ ਟਾਈਮ ਮੈਨੇਜਮੈਂਟ, ਔਰ ਵੀ ਕੈਨ ਸੇ ਉਸਨੂੰ ਆਪਾਂ ਟਾਈਮ ਮੈਨੇਜਮੈਂਟ ਵੀ ਕਹਿ ਸਕਦੇ ਹਾਂ। ਸੋ ਇੱਥੇ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਕਿ ਇਟ ਸਪੀਕਿੰਗ ਇਜ਼ ਲਾਈਕ ਐਨ ਜਨਰਲ ਸਪੀਕਿੰਗ, ਜਨਰਲ ਟਾਕ, ਵੀ ਕੈਨ ਸੇ ਇਟਸ ਨਾਟ ਐਨ ਇੰਟਰਵਿਊ। ਸੋ ਇੰਟਰਵਿਊ ਨਹੀਂ ਹੈਗਾ ਕਿ ਤੁਸੀਂ ਹਰ ਚੀਜ਼ ਨੂੰ ਫਾਰਮਲ ਬੋਲਣਾ। ਸੋ ਤੁਸੀਂ ਇੱਕ ਇਹਨੂੰ ਐਜ਼ ਅ ਸਪੀਕਿੰਗ ਟੈਸਟ, ਐਜ਼ ਅ ਨੋਰਮਲ ਟਾਕਿੰਗ ਗੋਸਿਪਿੰਗ ਦੇ ਤੌਰ 'ਤੇ ਤੁਸੀਂ ਇਸ ਨੂੰ ਆਪਦੇ ਲਾਈਨਸ, ਆਪਣੀਆਂ ਵਰਡਸ ਨੂੰ ਅੱਛੀ ਤਰ੍ਹਾਂ ਬੋਲੋ, ਜਿਵੇਂ ਆਪਾਂ ਕਹਿ ਸਕਦੇ ਹਾਂ, ਔਰ ਵੀ ਕੈਨ ਸੇ ਟਾਈਮ ਮੈਨੇਜਮੈਂਟ। ਸੋ ਆਪਦੇ ਜੈਸਚਰਸ, ਆਪਦੇ ਫੇਸ਼ੀਅਲ ਐਕਸਪ੍ਰੈਸ਼ਨਸ ਵੀ ਤੁਸੀਂ ਨਾਲ ਯੂਜ਼ ਕਰਨੇ ਆ ਤਾਂ ਕਿ ਤੁਹਾਡੀ ਸਪੀਕਿੰਗ ਹੋਰ ਜ਼ਿਆਦਾ ਇੰਪ੍ਰੈਸਿਵ ਹੋ ਜਾਏ। When I initially started working as a teacher 6 months ago, ਜਦੋਂ ਮੈਂ ਪਹਿਲਾਂ ਐਜ਼ ਅ ਟੀਚਰ ਵਰਕ ਕਰਨਾ ਸਟਾਰਟ ਕੀਤਾ ਸੀ 6 ਮਹੀਨੇ ਪਹਿਲਾਂ, ਆਈ ਲਰਨਡ ਅਬਾਊਟ ਟਾਈਮ ਮੈਨੇਜਮੈਂਟ। ਟਾਈਮ ਮੈਨੇਜਮੈਂਟ ਬਾਰੇ ਮੈਂ ਉਦੋਂ ਸਿੱਖਿਆ। ਐਟ ਮਾਈ ਦੈਟ ਇੱਕ ਪੋਲਿਸੀ ਸੀਗੀ ਦੈਟ ਇਫ ਯੂ ਡੂ ਵੈਲ, ਕਿ ਜੇ ਤੁਸੀਂ ਵਧੀਆ ਕੰਮ ਕਰਦੇ ਹੋ ਐਂਡ ਆਰ ਔਨ ਟਾਈਮ, ਤੇ ਤੁਸੀਂ ਆਪਦੇ ਕੰਮ ਤੇ ਜਿਵੇਂ ਟਾਈਮ ਤੇ ਆਉਂਦੇ ਹੋ, ਯੂ ਵਿਲ ਬੀ ਰਿਵਾਰਡਡ, ਤੁਹਾਨੂੰ ਰਿਵਾਰਡ ਕੀਤਾ ਜਾਊਗਾ। ਅਦਰਵਾਈਜ਼ ਯੂ ਵਿਲ ਫੇਸ ਦ ਪੈਨੈਲਿਟੀਜ਼, ਨਹੀਂ ਤਾਂ ਤੁਹਾਨੂੰ ਪੈਨੈਲਿਟੀਜ਼ ਲਾਈਕ ਕਿਸੇ ਵੀ ਟਾਈਪ ਦੀਆਂ ਲਾਈਕ ਪਨਿਸ਼ਮੈਂਟਸ ਆਪਾਂ ਜਿਹਨੂੰ ਕਹਿੰਦੇ ਆ ਉਹ ਮਿਲਣਗੀਆਂ। ਐਜ਼ ਅ ਰਿਜ਼ਲਟ, ਇਸ ਕਰਕੇ ਆਈ ਡਿਸਕਵਰਡ ਦੈਟ ਬੀਇੰਗ ਐਫੀਸ਼ੀਐਂਟ ਵਿਦ ਮਾਈ ਟਾਈਮ ਇਜ਼ ਇੰਪੋਰਟੈਂਟ। ਮੈਂ ਇਹ ਚੀਜ਼ ਸਮਝੀ ਕਿ ਟਾਈਮ ਤੇ ਆਉਣਾ ਕਿੰਨਾ ਜ਼ਿਆਦਾ ਇੰਪੋਰਟੈਂਟ ਹੈ। I looked through a lot of time management books, ਮੈਂ ਬਹੁਤ ਸਾਰੀਆਂ ਟਾਈਮ ਮੈਨੇਜਮੈਂਟ ਬੁੱਕਸ ਨੂੰ ਦੇਖਿਆ। ਥਰੂ ਆਪਾਂ ਵਰਡ ਯੂਜ਼ ਕਰਦੇ ਹਾਂ ਐਜ਼ ਅ ਫਰੇਜ਼ਲ ਵਰਬ ਦੀ ਜਗ੍ਹਾ, ਲੁੱਕ ਥਰੂ, ਤੁਸੀਂ ਇਸ ਨੂੰ ਗੋ ਥਰੂ ਵੀ ਕਹਿ ਸਕਦੇ ਹੋ, ਕਿ ਆਈ ਵੈਂਟ ਥਰੂ, ਗੋ ਦੀ ਸੈਕਿੰਡ ਫਾਰਮ ਹੋ ਜਾਓ ਇੱਥੇ। ਸੋ ਆਈ ਵੈਂਟ ਥਰੂ ਵੀ ਤੁਸੀਂ ਕਹਿ ਸਕਦੇ ਹੋ। ਅ ਲੋਟ ਆਫ ਟਾਈਮ, ਲਾਈਕ ਲੋਟ ਆਫ ਟਾਈਮ ਮੈਨੇਜਮੈਂਟ ਬੁੱਕਸ, ਲਾਈਕ ਪਲੈਥੋਰਾ ਆਫ ਟਾਈਮ ਮੈਨੇਜਮੈਂਟ ਬੁੱਕਸ ਵੀ ਕਹਿ ਸਕਦੇ ਹੋ, ਐਜ਼ ਵੈਲ ਐਜ਼ ਸੈਵਰਲ ਟਿਊਟੋਰੀਅਲਸ, ਜਰਨਲਸ ਐਂਡ ਅਦਰ ਆਰਟੀਕਲਸ। ਇੱਥੇ ਮੈਂ ਅਗੇਨ ਤੁਹਾਨੂੰ ਐਕਸਪਲੇਨ ਕਰੂੰਗੀ। ਲੁੱਕਡ ਥਰੂ ਦਾ ਮਤਲਬ ਹੁੰਦਾ ਰੀਡ, ਲਾਈਕ ਰੀਡ ਕੀਤਾ, ਉਹਨਾਂ ਨੂੰ ਸਮਝਿਆ, ਉਸਨੂੰ ਵੈਂਟ ਥਰੂ ਵੀ ਲਿਖ ਸਕਦੇ ਹੋ। ਸੋ ਇਨ ਆਰਡਰ ਟੂ ਲਰਨ ਮੋਰ, ਜ਼ਿਆਦਾ ਸਿੱਖਣ ਦੇ ਲਈ, ਬਟ ਲੇਕਿਨ ਅਨਫੋਰਚੂਨੇਟਲੀ ਨਥਿੰਗ ਹੈਲਪਡ ਮੀ ਅਲੋਟ, ਕਿਸੇ ਵੀ ਚੀਜ਼ ਨੇ ਮੈਨੂੰ ਜ਼ਿਆਦਾ ਹੈਲਪ ਨਹੀਂ ਕੀਤੀ। ਸੋ ਆਈ ਇਨਰੋਲਡ ਇਨ ਸਮ ਪਰਸਨੈਲਿਟੀ ਡਿਵੈਲਪਮੈਂਟ ਕਲਾਸਿਸ, ਤਾਂ ਕਰਕੇ ਮੈਂ ਕੁਛ ਪਰਸਨੈਲਿਟੀ ਡਿਵੈਲਪਮੈਂਟ ਕਲਾਸਿਸ ਦੇ ਵਿੱਚ ਇਨਰੋਲ ਹੋਈ। I went there, ਮੈਂ ਉੱਥੇ ਗਈ on regular basis and with the pace of time, like regular basis ਤੇ ਮੈਂ ਉਹ classes join ਕੀਤੀਆਂ, ਉੱਥੇ ਜਾਂਦੀ ਰਹੀ, and with the pace of time, time ਦੇ ਨਾਲ ਨਾਲ I learned it briefly, ਮੈਂ ਉਹਨਾਂ ਨੂੰ briefly learn ਕੀਤਾ। They taught me, ਉਹਨਾਂ ਨੇ ਮੈਨੂੰ ਸਿਖਾਇਆ to how to make the plans, ਕਿਵੇਂ ਆਪਾਂ plans ਬਣਾ ਸਕਦੇ ਹਾਂ, including all activities of the day, ਸਾਰੀਆਂ ਆਪਦੀ ਡੇ ਦੀਆਂ ਜਿੰਨੀਆਂ activities ਹੈ ਉਹਨਾਂ ਨੂੰ include ਕਰਕੇ ਇੱਕ ਬੜੀਆ ਪਲਾਨ ਆਪਾਂ ਕਿੱਦਾਂ ਬਣਾ ਸਕਦੇ ਹਾਂ। In addition to this, I learned how to allocate the time based on the priority of the work। ਆਹ ਲਾਈਨ ਬਹੁਤ ਇੰਪੋਰਟੈਂਟ ਹੈ। ਜੇ ਲਾਈਨ ਤੁਸੀਂ ਆਪਦੀ ਸਪੀਕਿੰਗ ਦੇ ਵਿੱਚ ਬੋਲਦੇ ਹੋ ਤਾਂ ਤੁਹਾਡਾ ਜਿਹੜਾ ਕਿਊ ਕਾਰਡ ਹੈਗਾ, ਤੁਸੀਂ ਟਾਈਮ ਮੈਨੇਜਮੈਂਟ ਤੇ ਕਿਊ ਕਾਰਡ ਬੋਲ ਰਹੇ ਹੋ, ਤੁਹਾਡਾ ਕਿਊ ਕਾਰਡ ਜਿਹੜਾ ਬਿਲਕੁਲ ਪ੍ਰਿਸਾਈਜ਼ ਹੋ ਜਾਊਗਾ। ਮਤਲਬ ਜੋ ਚੀਜ਼ ਉਸਨੇ ਪੁੱਛੀ ਹੈ ਆਪਾਂ ਸਿਰਫ ਉਸ ਚੀਜ਼ ਦਾ ਹੀ ਆਨਸਰ ਦੇ ਰਹੇ ਹਾਂ। ਸੋ ਇਨ ਐਡੀਸ਼ਨ ਟੂ ਦਿਸ, ਆਈ ਲਰਨਡ ਹਾਊ ਟੂ ਐਲੋਕੇਟ ਦਾ ਟਾਈਮ। ਇਸ ਦੇ ਨਾਲ ਨਾਲ ਮੈਂ ਇਹ ਸਿੱਖਿਆ ਕਿ ਟਾਈਮ ਨੂੰ ਕਿਵੇਂ ਐਲੋਕੇਟ ਕੀਤਾ ਜਾਂਦਾ ਹੈ, ਅਲੋਟ ਕੀਤਾ ਜਾਂਦਾ ਹੈ, ਜਾਂ ਉਸਨੂੰ ਕਿੱਦਾਂ ਡਿਵਾਈਡ ਕੀਤਾ ਜਾਂਦਾ ਹੈ।
based on the priority of the work. Yes, that's very important line. Based on the priority of work ਦੀ priority ਕਿ ਕਿਹੜਾ ਕੰਮ ਜਿਹੜਾ ਉਹ ਜ਼ਿਆਦਾ important ਹੈ, ਕਿਹੜਾ ਕੰਮ ਆ ਉਹ less important ਹੈ, and set the works which are less important at last. ਤੇ ਉਹਨਾਂ ਕੰਮਾਂ ਨੂੰ ਮੈਂ ਲਾਸਟ ਦੇ ਉੱਤੇ ਸੈੱਟ ਕਰਨਾ, ਕਿਸ ਤਰ੍ਹਾਂ ਉਹਨਾਂ ਕੰਮਾਂ ਨੂੰ ਆਪਾਂ ਲਾਸਟ ਦੇ ਉੱਤੇ ਸੈੱਟ ਕਰ ਸਕਦੇ ਹਾਂ ਜਿਹੜੇ ਆਪਣੇ ਲਈ ਬਹੁਤ ਘੱਟ ਇੰਪੋਰਟੈਂਟ ਹੁੰਦੇ। ਸੋ ਇਹ ਲਾਈਨ ਨੂੰ ਤੁਸੀਂ ਅੰਡਰਲਾਈਨ ਕਰ ਲਓ, ਬਹੁਤ ਇੰਪੋਰਟੈਂਟ ਲਾਈਨ ਆ। ऑल इन ऑल बाय दिस स्किल, इस स्किल के द्वारा आई एम एबल टू मैनेज, मैं इस योग होगी कि मैं मैनेज कर सकी, और स्ट्राइक अ बैलेंस, आप मेक अ बैलेंस लिखते हैं राइटिंग दे विच भी आप मेक अ बैलेंस लिखते हैं। सो हुण तो तुसी की लिखो स्ट्राइक अ बैलेंस, ते स्पीकिंग दे विच भी ਤੁਸੀਂ ਸਟ੍ਰਾਈਕ ਅ ਬੈਲੈਂਸ ਹੀ ਯੂਜ਼ ਕਰੋ। ਆਈ ਐਮ ਏਬਲ ਟੂ ਮੈਨੇਜ ਔਰ ਸਟ੍ਰਾਈਕ ਅ ਬੈਲੈਂਸ ਬਿਟਵੀਨ ਵਰਕ ਐਂਡ ਲਾਈਫ ਐਂਡ ਅਚੀਵ ਮਾਈ ਓਬਜੈਕਟਿਵਸ। ਓਬਜੈਕਟਿਵਸ ਹੁੰਦੇ ਆ ਗੋਲ, ਮੈਂ ਬ੍ਰੈਕਟ ਦੇ ਵਿੱਚ ਤੁਹਾਨੂੰ ਦੇਤਾ ਸੋ ਦੈਟ ਯੂ ਵਿਲ ਨਾਟ ਕਨਫਿਊਜ਼ ਇਨ ਇਟ। ਸੋ ਓਬਜੈਕਟਿਵਸ ਹੁੰਦੇ ਆ ਗੋਲਸ, ਤਾਂ ਕਿ ਮੈਂ ਆਪਦੇ ਗੋਲਸ ਨੂੰ ਵੀ ਅਚੀਵ ਕਰ ਸਕਾਂ ਤੇ ਵਰਕ ਤੇ ਲਾਈਫ ਦੇ ਵਿੱਚ ਵੀ ਇੱਕ ਬੈਲੈਂਸ ਬਣਾ ਕੇ ਰੱਖ ਸਕਾਂ। ਸੋ ਇਹ ਲਾਈਨਸ ਬਹੁਤ ਹੀ ਇੰਪੋਰਟੈਂਟ ਹੈ। ਜੇ ਇਸ ਟਾਈਪ ਦੀਆਂ ਲਾਈਨਸ ਤੁਸੀਂ ਓਬਵੀਅਸਲੀ ਐਗਜ਼ਾਮੀਨਰ ਨੂੰ ਬੋਲਦੇ ਹੋ, ਸੋ ਯੂ ਵਿਲ ਡੈਫੀਨੇਟਲੀ ਗੈਟ 7 or 7.5 ਬੈਂਡਸ ਇਨ ਯੋਰ ਸਪੀਕਿੰਗ। ਸੋ ਦਿਸ ਇਜ਼ ਦ ਸਕਿੱਲ, ਇਹੀ ਇੱਕ ਸਕਿੱਲ ਆ ਵਿਚ ਵਾਜ਼ ਵੈਰੀ ਹਾਰਡ ਫॉर ਮੀ ਟੂ ਲਰਨ ਬਟ ਆਈ ਡਿਡ ਇਟ, ਜਿਹੜੀ ਮੇਰੇ ਲਈ ਬਹੁਤ ਹਾਰਡ ਸੀਗੀ ਸਿੱਖਣਾ, ਪਰ ਮੈਂ ਇਸ ਨੂੰ ਕਰ ਲਿਆ। ਅਗੇਨ ਹੀਅਰ ਆਈ ਵੁੱਡ ਲਾਈਕ ਟੂ ਮੇਕ ਯੂ ਨੋ ਦੈਟ ਜਦੋਂ ਤੁਸੀਂ ਕਿਊ ਕਾਰਡ ਫਿਨਿਸ਼ ਕਰਨਾ, ਆਲ ਇਨ ਆਲ ਕਰਕੇ ਕੁਛ ਲਾਈਨਸ ਲਾਈਕ ਫੀਲਿੰਗਸ ਵਗੈਰਾ, ਜਾਂ ਫਿਰ ਜੋ ਕਿਊ ਕਾਰਡ ਜਿਹੜਾ ਹੈ, ਜੋ ਮੇਨ ਕਿਊ ਕਾਰਡ ਹੈ ਉਸ ਦੀ ਲਾਈਨ ਨੂੰ ਤੁਸੀਂ ਰਿਪੀਟ ਕਰੋ, ਤਾਂ ਕਿ ਐਗਜ਼ਾਮੀਨਰ ਨੂੰ ਪਤਾ ਵੀ ਲੱਗ ਜਾਵੇ ਕਿ ਯੈਸ ਨਾਓ ਯੂ ਆਰ ਗੋਇੰਗ ਟੂ ਫਿਨਿਸ਼ ਯੋਰ ਕਿਊ ਕਾਰਡ। ਇਹ ਬਹੁਤ ਹੀ ਇੰਪੋਰਟੈਂਟ ਹੈ ਇੱਦਾਂ ਕਰਨਾ। ਨਾਓ ਵਟ ਸਕਿੱਲਸ ਡੂ ਸਟੂਡੈਂਟਸ ਨੀਡ ਟੂ ਮਾਸਟਰ, ਕਿਸ ਟਾਈਪ ਦੀਆਂ ਸਕਿੱਲਸ ਜਿਹੜੀਆਂ ਸਟੂਡੈਂਟਸ ਨੂੰ ਉਹਨਾਂ ਦੇ ਵਿੱਚ ਮਾਸਟਰ ਹੋਣਾ ਪੈਂਦਾ, ਲਾਈਕ ਉਹਨਾਂ ਨੂੰ ਸਿੱਖਣਾ ਪੈਂਦਾ। ਆਈ ਕੈਨ ਸੇ ਦੈਟ, ਮੈਂ ਇਹ ਕਹਿ ਸਕਦੀ ਹਾਂ ਕਮਿਊਨੀਕੇਸ਼ਨ, ਟੀਮ ਵਰਕ, ਸ਼ੇਅਰਿੰਗ, ਪ੍ਰੋਬਲਮ ਸੋਲਵਿੰਗ ਐਂਡ ਇੰਟਰਪਰਸਨਲ ਸਕਿੱਲਸ ਆਰ ਦਾ ਆਲ ਸਕਿੱਲਸ ਦੈਟ ਸਟੂਡੈਂਟ ਮਸਟ ਡਿਵੈਲਪ। ਇਹ ਸਾਰੀਆਂ ਉਹ ਸਕਿੱਲਸ ਹੈ ਜਿਨ੍ਹਾਂ ਦੇ ਵਿੱਚ ਸਟੂਡੈਂਟਸ ਨੂੰ ਮਸਟ ਹੈ ਕਿ ਉਹਨਾਂ ਨੂੰ ਡਿਵੈਲਪ ਹੋਣਾ ਪੈਂਦਾ, ਆਪਦੇ ਆਪ ਨੂੰ ਡਿਵੈਲਪ ਇਹਨਾਂ ਸਕਿੱਲਸ ਦੇ ਵਿੱਚ ਕਰਨਾ ਪੈਂਦਾ। ਥੀਸ ਸਕਿੱਲਸ ਕੈਨ ਬੀ ਟੌਟ ਟੂ ਦ ਲਰਨਰਸ, ਇਹ ਸਕਿੱਲਸ ਜਿਹੜੀਆਂ ਇਹ ਲਰਨਰਸ ਦੇ ਦੁਆਰਾ ਪੜ੍ਹਾਈਆਂ ਸਿੱਖੀਆਂ ਜਾ ਸਕਦੀਆਂ, ਟੌਟ ਬਾਈ ਸੈਟਿੰਗ ਟੌਟ ਟੂ ਦ ਲਰਨਰਸ, ਲਰਨਰ ਨੂੰ ਇਹ ਚੀਜ਼ਾਂ ਸਿਖਾਈਆਂ ਜਾ ਸਕਦੀਆਂ ਬਾਈ ਸੈਟਿੰਗ ਐਨ ਐਗਜ਼ਾਮਪਲ, ਉਹਨਾਂ ਦੇ ਫਰੰਟ ਦੇ ਵਿੱਚ ਉਹਨਾਂ ਦੇ ਅੱਗੇ ਇੱਕ ਐਗਜ਼ਾਮਪਲ ਸੈੱਟ ਕਰਕੇ, ਦੈਮ ਆਈਦਰ ਬਾਈ ਪੇਰੈਂਟਸ ਔਰ ਟੀਚਰਸ। ਯੈਸ, ਦੇਖੋ ਹੁਣ ਜਿਹੜੇ ਸਪੀਕਿੰਗ ਹੁੰਦੀ ਹੈ ਉਹਦੇ ਵਿੱਚ ਕ੍ਰਾਈਟੇਰੀਆ ਕਿ ਤੁਸੀਂ ਕੋਹੀਜ਼ਨ ਕੋਹਰੈਂਸ ਵੀ ਮੇਨਟੇਨ ਰੱਖਣਾ ਹੈ, ਵੋਕੈਬਲਰੀ ਵੀ ਮੇਨਟੇਨ ਰੱਖਣੀ ਹੈ। ਸੋ ਤੁਸੀਂ ਟਰਾਈ ਕਰੋ ਕਿ ਤੁਸੀਂ ਜਿੱਥੇ ਨਾਟ ਓਨਲੀ ਬਟ ਆਲਸੋ ਦੀ ਸਟਰਕਚਰ ਪਾ ਸਕਦੇ ਹੋ, ਆਈਦਰ ਔਰ ਦੀ ਸਟਰਕਚਰ ਹੈ ਕਿਊ ਕਾਰਡ ਦੇ ਵਿੱਚ, ਆਲਦੋ ਇਫ ਦੀ ਸਟਰਕਚਰ ਹੈ, ਸੋ ਐਟਲੀਸਟ ਕੁਛ ਸਟਰਕਚਰਸ ਤਾਂ ਪਾਓ ਕਿਉਂਕਿ ਤੁਹਾਡੇ ਬੈਂਡ ਸਕੋਰ ਨਾ ਘਟਣ। ਸੋ ਦੀਸ ਸਕਿੱਲਸ ਕੈਨ ਬੀ ਟੌਟ ਟੂ ਦ ਲਰਨਰਸ, ਲਰਨਰਸ ਨੂੰ ਇਸ ਕੀ ਚੀਜ਼ਾਂ ਸਿਖਾਈਆਂ ਜਾ ਸਕਦੀਆਂ ਬਾਈ ਸੈਟਿੰਗ ਐਨ ਐਗਜ਼ਾਮਪਲ ਇਨ ਫਰੰਟ ਆਫ ਦੈਮ, ਆਈਦਰ ਬਾਈ ਪੇਰੈਂਟਸ ਔਰ ਟੀਚਰ, ਚਾਹੇ ਕੋਈ ਵੀ ਉਹਨਾਂ ਦੇ ਸਾਹਮਣੇ ਐਗਜ਼ਾਮਪਲ ਸੈੱਟ ਕਰਕੇ ਇਹ ਸਕਿੱਲਸ ਦਾ ਉਹਨਾਂ ਨੂੰ ਸਿਖਾ ਸਕਦੇ ਆ। ਨੈਕਸਟ ਕੁਐਸਚਨ, ਇਜ਼ ਇਟ ਹਾਰਡ ਫॉर ਸਟੂਡੈਂਟ ਟੂ ਲਰਨ ਨਿਊ ਸਕਿੱਲਸ, ਕਿ ਸਟੂਡੈਂਟ ਲਈ ਇਹ ਔਖਾ ਹੈ ਨਵੀਆਂ ਸਕਿੱਲਸ ਨੂੰ ਸਿੱਖਣਾ? ਸੋ ਦਾ ਆਂਸਰ ਦੇਖੋ ਬਹੁਤ ਹੀ ਪ੍ਰੀਸਾਈਜ਼ ਆਂਸਰ ਹੈ, ਨੋ, ਮੈਨੂੰ ਨਹੀਂ ਲੱਗਦਾ, ਆਈ ਡੋਂਟ ਬਿਲੀਵ ਸੋ। ਲਰਨਿੰਗ ਨਿਊ ਐਬਿਲਿਟੀਜ਼ ਇਜ਼ ਡਿਫਿਕਲਟ ਫॉर ਚਿਲਡਰਨ, ਕਿ ਨਵੀਆਂ ਐਬਿਲਿਟੀਜ਼ ਨੂੰ ਸਿੱਖਣਾ ਚਿਲਡਰਨ ਦੇ ਲਈ ਡਿਫਿਕਲਟ ਆ। ਚਿਲਡਰਨਸ ਮਾਈਂਡ ਆਰ ਰਿਸੈਪਟਿਵ, ਉਹਨਾਂ ਦਾ ਮਾਈਂਡ ਜਿਹੜਾ ਹੁੰਦਾ ਰਿਸੈਪਟਿਵ ਹੁੰਦਾ, ਵਿਚ ਇਜ਼ ਵਾਈ ਦੇ ਗ੍ਰਾਸਪ ਇਨਫੋਰਮੇਸ਼ਨ ਈਜ਼ੀਲੀ, ਜੇ ਇਸ ਕਰਕੇ ਉਹ ਕੀ ਕਰਦੇ ਆ, ਇਨਫੋਰਮੇਸ਼ਨ ਨੂੰ ਈਜ਼ੀਲੀ ਗ੍ਰਾਸਪ ਕਰ ਲੈਂਦੇ ਆ। ਵੀ ਕੈਨ ਕੰਪੇਅਰ ਚਿਲਡਰਨ ਟੂ ਵੈਟ ਕਲੇ, ਆਪਾਂ ਚਿਲਡਰਨ ਨੂੰ ਵੈਟ ਕਲੇ ਦੇ ਨਾਲ ਕੰਪੇਅਰ ਕਰ ਸਕਦੇ ਹਾਂ, ਇਨ ਦੈਟ ਜਿਹਦੇ ਵਿੱਚ ਦੇ ਕੈਨ ਬੀ ਮੋਲਡਡ ਇਨ ਐਨੀ ਵੇ, ਉਹਨਾਂ ਨੂੰ ਕਿਸੇ ਵੀ ਸ਼ੇਪ ਦੇ ਵਿੱਚ ਕਿੱਦਾਂ ਵੀ ਉਸ ਨੂੰ ਮੋਲਡ ਕਰ ਸਕਦੇ ਉਹਨਾਂ ਨੂੰ। ਫਰਦਰ ਮੋਰ ਚਿਲਡਰਨ ਆਰ ਪੈਸ਼ਨੇਟ ਇਨ ਲਰਨਿੰਗ ਨਿਊ ਸਕਿੱਲ ਐਂਡ ਨੌਲੇਜ, ਕਿ ਚਿਲਡਰਨ ਜਿਹੜੇ ਹੁੰਦੇ ਉਹ ਨਵੀਆਂ ਸਕਿੱਲਸ ਤੇ ਨੌਲੇਜ ਸਿੱਖਣ ਲਈ ਬਹੁਤ ਜ਼ਿਆਦਾ ਪੈਸ਼ਨੇਟ ਹੁੰਦੇ ਆ। ਸੋ ਐਜ਼ ਅ ਰਿਜ਼ਲਟ ਆਈ ਕੈਨ ਕਲੇਮ ਦੈਟ ਟੀਚਿੰਗ ਸਕਿੱਲਸ ਟੂ ਚਿਲਡਰਨ is not difficult, as a result ਮੈਂ ਕਲੇਮ ਕਰ ਸਕਦੀ ਹਾਂ ਕਿ ਬੱਚਿਆਂ ਨੂੰ ਸਕਿੱਲਸ ਸਿਖਾਉਣਾ ਜ਼ਿਆਦਾ ਡਿਫਿਕਲਟ ਨਹੀਂ ਹੈਗਾ। ਸੋ you could see here I have given you the precise answer of this question. Usually student face difficulties to elaborate this question, ਇਸ question ਨੂੰ elaborate ਕਰਨ ਲਈ ਉਹਨਾਂ ਨੂੰ ਬਹੁਤ ਜ਼ਿਆਦਾ difficulties ਹੁੰਦੀ ਹੈ। next question, is it hard for old people to learn new skill, ਕਿ old people ਲਈ ਇਹ hard ਹੈ ਨਵੀਆਂ skills ਨੂੰ ਸਿੱਖਣਾ? so you could see here yes, we can argue that, ਅਸੀਂ ਇਹ ਚੀਜ਼ ਕਹਿ ਸਕਦੇ ਹਾਂ that as we get older, ਕਿ ਜਿਵੇਂ ਜਿਵੇਂ ਆਪਾਂ older like ਬੁੱਢੇ ਹੋਵਾਂਗੇ, our learning abilities deteriorate ਹੁੰਦੀਆਂ, ਬਹੁਤ ਜ਼ਿਆਦਾ ਖਰਾਬ ਹੋ ਜਾਣਾ, ਕਿ ਜਿਹੜੀਆਂ ਆਪਣੀਆਂ learning skills ਹੈਗੀਆਂ ਉਹ weak ਹੋ ਜਾਣਗੀਆਂ, deteriorate ਹੋ ਜਾਣਗੀਆਂ owing to responsibilities, ਕਿਸ ਕਰਕੇ? due to responsibilities ਦਾ ਕਰਕੇ, stress ਦਾ ਕਰਕੇ, health problems ਦਾ ਕਰਕੇ। people normally have to go
थ्रू अ लॉट ऑफ डिफिकल्टीज गो थ्रू मैं ऊपर तुहानूं क्यू कार्ड दे विच भी दस्सिया गो थ्रू इत्थे भी मैं इसनूं यूज़ किया ऊपर आपां होर यूज़ किया सी सो पीपल नॉर्मली हैव टू गो थ्रू अ लॉट ऑफ डिफिकल्टीज उन्होंने लॉट ऑफ डिफिकल्टीज दे विच दी निकलना पैंदा है इन ऑर्डर टू लर्न एनीथिंग न्यू कोई भी चीज़ नवीं सीखण दे लई उन्होंने बहुत सारिया डिफिकल्टीज दे विच दी निकलना पैंदा है हाउ एवर इट इज़ ऑल्सो ट्रू यद्यपि ये ऑल्सो ट्रू है देखो हाउ एवर द यूज़ तुसीं जरूर करना है जिथे भी तुहाडे तो राइटिंग या स्पीकिंग दे विच यूज़ हो because we want band scores we want 6.5 7 band scores right however it is true that some elderly person kuch jehde elderly person hai even in their 70s chahe wo apdi 70s de vich hon continue to study oh continue karna chaਹੁੰਦੇ study nu as a result it sometimes dependent on one's thinking ਕਈ ਵਾਰੀ ਇਹ ਇੱਕ ਬੰਦੇ ਦੀ thinking ਤੇ ਵੀ depend ਕਰ ਜਾਂਦਾ ਹੈ ਜ਼ਰੂਰੀ ਨਹੀਂ ਹਰ ਵਾਰੀ age ਹੀ matter ਕਰਦੀ ਹੈ सो ताकि एग्जामिनर तुहानूं नैक्सट क्रॉस क्वेश्चनिंग ना करे तो जे करे तो तुसीं उस दे विच स्टक ना होवो तुसीं ईजिली उहदा आंसर दे सको दैट्स वाई आई हैव गिवन यू दीज टाइप ऑफ प्रिसाइज आंसर्स नाउ नैक्सट क्वेश्चन इज इट गुड इज अ गुड टीचर वेरी इंपॉर्टेंट फॉर स्टूडेंट्स लर्निंग एक्सपीरियंस की एक वधिया टीचर स्टूडेंट के लर्निंग एक्सपीरियंस लिए बहुत इंपॉर्टेंट है एंड वाई टीचर्स प्ले अ क्रिटिकल इन्फ्लुएंस इन द लाइव्स ऑफ स्टूडेंट्स ਜਿਹੜੇ ਟੀਚਰਸ ਹੈਗੇ ਆ ਉਹ ਜਵਾਕਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਇਫੈਕਟ ਪਾਉਂਦੇ ਆ ਟੀਚਰਸ ਆਰ ਰਿਸਪੌਂਸਿਬਲ ਫॉर ਕ੍ਰੀਏਟਿੰਗ ਅ ਚਾਈਲਡਸ ਫਿਊਚਰ ਜਿਹੜੇ ਟੀਚਰਸ ਹੁੰਦੇ ਆ ਇੱਕ ਬੱਚੇ ਦਾ ਫਿਊਚਰ ਕ੍ਰੀਏਟ ਕਰਨ ਦੇ ਲਈ ਰਿਸਪੌਂਸਿਬਲ ਹੁੰਦੇ ਆ ਮੇਕਿੰਗ ਹਿਮ ਔਰ ਹਰ ਅ ਬੈਟਰ ਹਿਊਮਨ ਬੀਇੰਗ ਤੇ ਉਹੀ ਰਿਸਪੌਂਸਿਬਲ ਹੁੰਦੇ ਆ ਜਿਹੜੇ ਕਿ ਇੱਕ ਉਸਨੂੰ ਇੱਕ ਬੈਟਰ ਹਿਊਮਨ ਬੀਇੰਗ ਬਣਾਉਂਦੇ ਆ in addition to ਇਹਦੇ ਨਾਲ ਹੀ guiding them in academics and extra curricular activities ਉਹ ਕੀ ਕਰਦੇ ਉਹਨਾਂ ਨੂੰ academics ਤੇ extra curricular activities ਦੇ ਵਿੱਚ guide ਕਰਦੇ ਆ a teacher instills in students information ਇੱਕ ਟੀਚਰ ਜਿਹੜਾ ਹੁੰਦਾ ਹੈ ਉਹੀ ਸਟੂਡੈਂਟਸ ਦੇ ਵਿੱਚ ਇਨਫੋਰਮੇਸ਼ਨ ਇਨਸਟਿਲ ਕਰਦਾ ਲਾਈਕ ਭਰਦਾ ਹੈ ਜਿਵੇਂ ਕਿ ਗੁੱਡ ਵੈਲਿਊਜ਼ ਹੋ ਗਈਆਂ ਟ੍ਰੈਡੀਸ਼ਨ ਹੋ ਗਏ ਮਾਡਰਨ ਡੇ ਇਸ਼ੂਜ਼ ਐਂਡ ਸੋਲਿਊਸ਼ਨਸ ਟੂ them ਸਟੂਡੈਂਟਸ ਬੈਨੀਫਿਟ ਫਰੋਮ ਹੈਵਿੰਗ ਐਨ ਐਕਸੀਲੈਂਟ ਟੀਚਰ ਤੇ ਸਟੂਡੈਂਟ ਨੂੰ ਜਿਹੜਾ ਹੈ ਉਹ ਹਮੇਸ਼ਾ ਇੱਕ ਐਕਸੀਲੈਂਟ ਟੀਚਰ ਤੋਂ ਬਹੁਤ ਜ਼ਿਆਦਾ ਬੈਨੀਫਿਟਸ ਮਿਲਦੇ ਆ ਸੋ ਇੱਕ ਕੁਐਸਚਨ ਨੂੰ ਇੱਦਾਂ ਕਚਰੇ ਟਾਈਪ ਬੋਲਣ ਦਾ ਜਿਵੇਂ बस आप नॉर्मल लैंग्वेज बोल रहे हैं कि येस टीचर इज़ वेरी इंपॉर्टेंट टीचर गिव्स अस द वैल्यूज़ एंड लाइक दीज टाइप ऑफ सो उस स्पीकिंग ना तुहाडे 5.5 या 6 बैंड स्कोर ही आउणगे जे तुसीं इस तरह प्रिसाइज बोल रहे हो हर एक चीज़ नूं एग्जामिनर नूं समझा रहे हो कि हाँ इदां करके इस चीज़ नूं मैं इस चीज़ सोचदा हाँ सो इस चीज़ दे रीजनस है तो तुसीं देखो उस चीज़ का कितना फर्क पै रहा है सो तुहाडे 7.5 आई एम श्योर कि तुहाडे इन्ने बैंड स्कोर जरूर आउणगे सो ओके दैट्स ऑल अबाउट today's video today's cue card and the follow up questions so please comment करके ज़रूर दस्यो कि तुहानू ये video किद्दां लगी and if you have any query then you can also put some comments in a comment box so now let's meet in the next video let's finish it take care